ਜੀਵਨ ਮੁਕਤੀ ਵੱਲ ਵਧਣ ਲਈ ਅਤੇ ਇਸ ਮਨੁੱਖੇ ਜੀਵਨ ਦਾ ਸਾਰ ਮੰਤਵ ਪ੍ਰਾਪਤ ਕਰਨ ਲਈ ਸਾਨੂੰ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਵਿਰੁੱਧ, ਜਿਨ੍ਹਾਂ ਬਾਰੇ ਪਹਿਲਾਂ ਵਿਖਿਆਨ ਕੀਤਾ ਗਿਆ ਹੈ, ਸਾਨੂੰ ਜੰਗ ਕਰਨ ਦੀ ਘਾਲਣਾ ਘਾਲਣੀ ਪਵੇਗੀ। ਇਹ ਰੂਹਾਨੀ ਜੰਗ ਜੋ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੇ ਵਿਰੁੱਧ ਹੈ ਅਤੇ ਮਾਇਆ ਦੇ ਤੀਸਰੇ ਗੁਣ ਸਤੋ ਦੀ ਸ਼ਕਤੀ ਦੇ ਅਧੀਨ ਚੱਲਦੇ ਹੋਏ ਗੁਰਪ੍ਰਸਾਦ ਦੀ ਪ੍ਰਾਪਤੀ ਨਾਲ ਅਸੀਂ ਜਿੱਤਣਾ ਸ਼ੁਰੂ ਕਰ ਦਿੰਦੇ ਹਾਂ। ਸਤੋ ਗੁਣਾਂ ਤੇ ਚੱਲਦੇ ਹੋਏ ਜਦੋਂ ਅਸੀਂ ਚੰਗਿਆਈ ਦੀ ਉੱਚਤਮ ਅਵਸਥਾ ਵਿੱਚ ਪਹੁੰਚਦੇ ਹਾਂ ਤਾਂ ਅਸੀਂ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦ ਪ੍ਰਾਪਤ ਕਰਦੇ ਹਾਂ। ਗੁਰਪ੍ਰਸਾਦ ਦੀ ਪ੍ਰਾਪਤੀ ਨਾਲ ਸਾਡੀ ਮਾਇਆ ਵਿਰੁੱਧ ਜੰਗ ਜਿੱਤਣ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਂਦੀ ਹੈ। ਗੁਰਪ੍ਰਸਾਦ ਦੀ ਸੇਵਾ ਸੰਭਾਲਤਾ ਕਰਦੇ ਹੋਏ, ਭਰਪੂਰ ਯਤਨ ਨਾਲ ਆਪਣਾ ਆਪਾ ਅਰਪਣ ਕਰਦੇ ਹੋਏ, ਤਨ ਮਨ ਧਨ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰਕੇ ਪੂਰਨ ਬੰਦਗੀ ਦੀ ਪ੍ਰਾਪਤੀ ਹੋਣ ਉਪਰੰਤ ਬੰਦਗੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੀ ਹੈ। ਇਸ ਤਰ੍ਹਾਂ ਅਸੀਂ ਮਾਇਆ ਦੀਆਂ ਰਜੋ ਅਤੇ ਤਮੋ ਵਿਨਾਸ਼ਕਾਰੀ ਸ਼ਕਤੀਆਂ ਉੱਪਰ ਜਿੱਤ ਪ੍ਰਾਪਤ ਕਰਦੇ ਹਾਂ ਅਤੇ ਜੀਵਨ ਮੁਕਤੀ ਦੀ ਅਵਸਥਾ ਵਿੱਚ ਪਹੁੰਚਦੇ ਹਾਂ। ਤ੍ਰੈ ਗੁਣ ਤੇ ਪਰੇ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ, ਅਟਲ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਸਾਰੇ ਕਰਮਾਂ ਦੇ ਬੋਝ ਤੋਂ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਮਾਇਆ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾ ਲੈਂਦੇ ਹਾਂ। ਸਭ ਤੋਂ ਮਹੱਤਵਪੂਰਨ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਮਾਇਆ ਦੇ ਖਿਲਾਫ ਇਸ ਜੰਗ ਵਿੱਚ ਕਿਹੜਾ ਅਸਤਰ ਸ਼ਸਤਰ ਵਰਤੀਏ। ਕਿਹੜੇ ਅਸਤਰ ਸ਼ਸਤਰ ਇਤਨੇ ਸ਼ਕਤੀਸ਼ਾਲੀ ਹਨ ਜੋ ਕਿ ਮਾਇਆ ਦੀ ਕਮਰ ਤੋੜ ਕੇ ਉਸ ਨੂੰ ਸਾਡੇ ਅਧੀਨ ਕਰਨ ਵਿੱਚ ਕਾਰਗਰ ਸਾਬਿਤ ਹੋ ਸਕਦੇ ਹਨ। ਪਹਿਲਾ ਅਤੇ ਸਭ ਤੋਂ ਸੁੰਦਰ, ਬੇਅੰਤ ਸ਼ਕਤੀਸ਼ਾਲੀ ਮਾਇਆ ਦਾ ਲੱਕ ਤੋੜਵਾਂ ਅਸਤਰ ਗੁਰਪ੍ਰਸਾਦੀ ਨਾਮ ਹੈ। ਸੰਗਠਿਤ, ਨਿਯਮਤ, ਲਗਾਤਾਰ ਯਤਨ ਨਾਮ ਸਿਮਰਨ ਕਰਨ ਨਾਲ ਕਈ ਤਰ੍ਹਾਂ ਦੇ ਬੇਅੰਤ ਅਤੇ ਮਹਾਨ ਸ਼ਕਤੀਸ਼ਾਲੀ ਪੁਰਸਕਾਰ ਪ੍ਰਾਪਤ ਹੁੰਦੇ ਹਨ। ਨਾਮ ਸਿਮਰਨ ਕਰਨਾ ਸਰਵ ਸ਼ਕਤੀਮਾਨ ਸਤ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ। ਪ੍ਰਭ ਦਾ ਸਿਮਰਨ ਸਭ ਤੇ ਉੱਚਾ, ਨਾਮ ਅਕਾਲ ਪੁਰਖ ਦਾ ਸਭ ਤੋਂ ਵੱਡਾ ਹੁਕਮ ਹੈ। ਗੁਰਬਾਣੀ ਕਹਿੰਦੀ ਹੈ ਕਿ ਨਾਮ ਤੋਂ ਬਿਨਾਂ ਸਭ ਕੂੜ ਹੈ, ਭਾਵ ਕਿ ਬਾਕੀ ਸਾਰੀਆਂ ਕਰਮ ਅਤੇ ਕਾਰਜ ਅਸਤ ਹਨ। ਸਤ ਕਰਮ ਵੀ ਰੂਹਾਨੀ ਤੌਰ ਤੇ ਲਾਭਦਾਇਕ ਨਹੀਂ ਹੁੰਦੇ ਜਦ ਤੱਕ ਅਸੀਂ ਨਾਮ ਸਿਮਰਨ ਨਹੀਂ ਕਰਦੇ। ਜੇਕਰ ਅਸੀਂ ਨਾਮ ਸਿਮਰਨ ਕਰਦੇ ਹਾਂ ਤਦ ਨਾਮ ਸਿਮਰਨ ਸਾਨੂੰ ਅੰਦਰੂਨੀ ਤੀਰਥ ਯਾਤਰਾ ਵੱਲ ਲੈ ਜਾਂਦਾ ਹੈ, ਜਿਹੜਾ ਕਿ ਸਰਵ ਉੱਤਮ ਰੂਹਾਨੀ ਅਤੇ ਬ੍ਰਹਮ ਤੀਰਥ ਯਾਤਰਾ ਹੈ। ਜਦ ਨਾਮ ਸਿਮਰਨ ਸਾਡੀ ਸੁਰਤ ਵਿੱਚ ਆਉਂਦਾ ਹੈ ਅਤੇ ਹਿਰਦੇ ਵਿੱਚ ਆਉਂਦਾ ਹੈ ਤਦ ਅਤੇ ਕੇਵਲ ਤਦ ਸਾਡੀ ਅੰਦਰੂਨੀ ਤੀਰਥ ਯਾਤਰਾ ਸ਼ੁਰੂ ਹੁੰਦੀ ਹੈ। ਨਾਮ ਸਿਮਰਨ ਸਮੇਤ ਦਸਮ ਦੁਆਰ ਦੇ ਸਾਡੇ ਸਾਰੇ ਬਜਰ ਕਪਾਟ ਖੋਲ ਦਿੰਦਾ ਹੈ। ਨਾਮ ਸਿਮਰਨ ਸਾਡੇ ਸਰੀਰ ਵਿੱਚ ਰੂਹਾਨੀ ਪਰਮ ਸ਼ਕਤੀ ਦੇ ਜੋ 7 ਸਰੋਵਰ ਹਨ ਉਹਨਾਂ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ। ਰੂਹਾਨੀਅਤ ਦੇ ਇਹ 7 ਸਰੋਵਰਾਂ ਨੂੰ ਗੁਰਬਾਣੀ ਵਿੱਚ 7 ਸਰੋਵਰ ਕਿਹਾ ਗਿਆ ਹੈ। 7 ਸਰੋਵਰਾਂ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਨਾਮ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਅਤੇ ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਨਾਮ ਸਿਮਰਨ ਸਾਡੀ ਅੰਦਰੂਨੀ ਤੀਰਥ ਯਾਤਰਾ ਵਿੱਚ ਮਦਦ ਕਰਦਾ ਹੈ। ਵਿਹਾਰਿਕ ਅਤੇ ਅਸਲੀ ਤੀਰਥ ਯਾਤਰਾ, ਅੰਦਰਲਾ ਤੀਰਥ ਹੀ ਅਸਲੀ ਰੂਹਾਨੀ ਤੀਰਥ ਹੈ ਜੋ ਕਿ ਸਾਨੂੰ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਵਿੱਚ ਲੈ ਕੇ ਜਾਂਦਾ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਤੋਂ ਭਾਵ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਆਸ਼ਾ, ਤ੍ਰਿਸ਼ਨਾ, ਮਨਸ਼ਾ ਦੀ ਰਹਿਤ ਦੀ ਪ੍ਰਾਪਤੀ, ਜੋ ਕਿ ਮਾਇਆ ਦਾ ਲੱਕ ਤੋੜ ਕੇ ਉਸ ਨੂੰ ਸਾਡੀ ਗੁਲਾਮ ਬਣਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਤ੍ਰੈ ਗੁਣ ਮਾਇਆ ਤੋਂ ਪਰੇ ਲੈ ਜਾ ਕੇ ਸਰਵ ਸ਼ਕਤੀਮਾਨ ਸਤ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਦੀ ਮਹਾਨ ਗੁਰਕਿਰਪਾ ਅਤੇ ਗੁਰਪ੍ਰਸਾਦ ਦੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਡੇ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਰਕੇ ਸਾਰੀਆਂ ਇਲਾਹੀ ਸ਼ਕਤੀਆਂ ਨਾਲ ਨਿਵਾਸ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਨਾਲ ਭਰਪੂਰ ਕਰ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪੂਰਨ ਤਤ ਗਿਆਨ ਦੀਆਂ ਬਖਸ਼ਿਸ਼ਾਂ ਦੀ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪਰਮ ਪਦ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਅਟਲ ਅਵਸਥਾ ਵਿੱਚ ਲੈ ਜਾਂਦੀ ਹੈ।
ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਪਰਮ ਜੋਤ ਪੂਰਨ ਪ੍ਰਕਾਸ਼ ਦੇ ਨਾਲ ਸੁਸ਼ੋਭਿਤ ਕਰ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਡੇ ਹਿਰਦੇ ਨੂੰ ਬੇਅੰਤਤਾ ਵਿੱਚ ਲੈ ਜਾਂਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਸਦਾ ਸਦਾ ਲਈ ਦਰਗਾਹ ਵਿੱਚ ਸਥਾਨ ਪ੍ਰਾਪਤ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਜੀਵਨ ਮੁਕਤ ਕਰ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਸਦਾ ਸਦਾ ਲਈ ਅਬੇਦ ਕਰਕੇ ਪਰਉਪਕਾਰ ਅਤੇ ਮਹਾਪਰਉਪਕਾਰ ਦੇ ਗੁਰਪ੍ਰਸਾਦ ਦੀ ਪ੍ਰਾਪਤੀ ਕਰਵਾ ਦਿੰਦੀ ਹੈ। ਹਿਰਦੇ ਦੀ ਪੂਰਨ ਸਚਿਆਰੀ ਰਹਿਤ ਸਾਨੂੰ ਅੰਮ੍ਰਿਤ ਦਾ ਦਾਤਾ ਬਣਾ ਦਿੰਦੀ ਹੈ। ਨਾਮ ਅੰਮ੍ਰਿਤ ਡੋਰੀ ਹੈ, ਅੰਦਰੂਨੀ ਡੋਰੀ, ਜਿਹੜੀ ਜਦੋਂ ਪਕੜ ਲਈ ਜਾਂਦੀ ਹੈ ਅਤੇ ਅਨਾਦ ਰਸਤੇ ਵੱਲ ਉੱਪਰ ਚੜ੍ਹਨ ਲਈ ਵਰਤੀ ਜਾਂਦੀ ਹੈ ਤਾਂ ਸਾਨੂੰ ਪਰਮਾਤਮਾ ਤੱਕ ਲੈ ਜਾਂਦੀ ਹੈ। ਨਾਮ ਅੰਮ੍ਰਿਤ ਪੌੜੀ ਹੈ ਜੋ ਸਾਨੂੰ ਸੱਚਖੰਡ ਵਿੱਚ ਲੈ ਜਾਂਦੀ ਹੈ। ਨਾਮ ਅੰਮ੍ਰਿਤ ਸਾਨੂੰ ਅੰਦਰੋਂ ਬਾਹਰੋਂ ਪੂਰਨ ਸਚਿਆਰਾ ਬਣਾ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਪੂਰਨ ਸਚਿਆਰੀ ਰਹਿਤ ਵਿੱਚ ਲੈ ਜਾਂਦਾ ਹੈ। ਨਾਮ ਅੰਮ੍ਰਿਤ ਸਾਨੂੰ ਇੱਕ ਦ੍ਰਿਸ਼ਟ, ਨਿਰਵੈਰ, ਨਿਰਭਉ, ਦਿਆਲੂ, ਨਿਮਰਤਾ ਭਰਪੂਰ, ਹਉਮੈ ਤੋਂ ਰਹਿਤ, ਬਲਿਦਾਨੀ, ਪਿਆਰ ਕਰਨ ਵਾਲਾ ਤੇ ਸਾਰੀ ਸ੍ਰਿਸ਼ਟੀ ਦਾ ਸਹਾਇਕ ਬਣਾ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਸਾਰੇ ਮਾਨਸਿਕ ਰੋਗ ਅਤੇ ਵਿਕਾਰਾਂ ਦਾ ਨਾਸ਼ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਸਾਰੇ ਪਾਪ ਕਰਮਾਂ ਦਾ ਨਾਸ਼ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਸਾਰੇ ਕਰਮਾਂ ਦਾ ਲੇਖਾ ਜੋਖਾ ਪੂਰਾ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਮਾਇਆ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਤ੍ਰੈ ਗੁਣ ਮਾਇਆ ਤੋਂ ਪਰੇ ਲੈ ਜਾ ਕੇ ਸਰਵ ਸ਼ਕਤੀਮਾਨ ਸਤ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਦਰਸ਼ਨ ਦੀ ਮਹਾਨ ਗੁਰਕਿਰਪਾ ਅਤੇ ਗੁਰਪ੍ਰਸਾਦ ਦੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਸਾਰੇ ਇਲਾਹੀ ਗੁਣਾਂ ਨਾਲ ਭਰਪੂਰ ਕਰਕੇ ਸਾਰੀਆਂ ਇਲਾਹੀ ਸ਼ਕਤੀਆਂ ਨਾਲ ਨਿਵਾਸ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਨਾਲ ਭਰਪੂਰ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਪੂਰਨ ਤਤ ਗਿਆਨ ਦੀਆਂ ਬਖਸ਼ਿਸ਼ਾਂ ਦੀ ਮਹਾਨ ਅਤੇ ਪਰਮ ਸ਼ਕਤੀਸ਼ਾਲੀ ਗੁਰਪ੍ਰਸਾਦ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਪਰਮ ਪਦ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਅਟਲ ਅਵਸਥਾ ਵਿੱਚ ਲੈ ਜਾਂਦਾ ਹੈ। ਨਾਮ ਅੰਮ੍ਰਿਤ ਸਾਨੂੰ ਪਰਮ ਜੋਤ ਪੂਰਨ ਪ੍ਰਕਾਸ਼ ਦੇ ਨਾਲ ਸੁਸ਼ੋਭਿਤ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਨੂੰ ਬੇਅੰਤਤਾ ਵਿੱਚ ਲੈ ਜਾਂਦਾ ਹੈ। ਨਾਮ ਅੰਮ੍ਰਿਤ ਸਾਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਸਦਾ ਸਦਾ ਲਈ ਦਰਗਾਹ ਵਿੱਚ ਸਥਾਨ ਪ੍ਰਾਪਤ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਡੇ ਹਿਰਦੇ ਵਿੱਚ ਨਿਵਾਸ ਕਰ ਸਾਨੂੰ ਜੀਵਨ ਮੁਕਤ ਕਰ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਸਦਾ ਸਦਾ ਲਈ ਅਬੇਦ ਕਰਕੇ ਪਰਉਪਕਾਰ ਅਤੇ ਮਹਾਪਰਉਪਕਾਰ ਦੇ ਗੁਰਪ੍ਰਸਾਦ ਦੀ ਪ੍ਰਾਪਤੀ ਕਰਵਾ ਦਿੰਦਾ ਹੈ। ਨਾਮ ਅੰਮ੍ਰਿਤ ਸਾਨੂੰ ਅੰਮ੍ਰਿਤ ਦਾ ਦਾਤਾ ਬਣਾ ਦਿੰਦਾ ਹੈ। ਜਿਸ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਥੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਹੈ। ਉਹ ਰੂਹ ਅਤੇ ਮਨ ਜੋ ਨਾਮ ਸਿਮਰਨ ਵਿੱਚ ਡੁੱਬਿਆ ਰਹਿੰਦਾ ਹੈ ਉਹ ਇੰਨਾ ਸਥਿਰ ਹੋ ਜਾਂਦਾ ਹੈ ਕਿ ਉਹ ਮਾਇਆ ਦੁਆਰਾ ਵਿਚਲਿਤ ਨਹੀਂ ਹੁੰਦਾ ਹੈ। ਨਾਮ ਅੰਮ੍ਰਿਤ ਗੁਰਪ੍ਰਸਾਦ ਹੈ ਅਤੇ ਇਸ ਦਾ ਵਿਖਿਆਨ ਗੁਰਬਾਣੀ ਦੀ ਪਹਿਲੀ ਹੀ ਸਤਰ ਇੱਕ ਓੰਕਾਰ ਸਤਨਾਮ ਵਿੱਚ ਹੈ, ਜਿਸ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਸਾਰੇ ਹੀ ਦੂਸਰੇ ਧਾਰਮਿਕ ਕਰਮ ਅਤੇ ਕਾਰਜ ਜਿਹੜੇ ਮਾਇਆ ਦੇ ਸਤੋਗੁਣ ਅਧੀਨ ਕੀਤੇ ਜਾਂਦੇ ਹਨ ਸਾਨੂੰ ਗੁਰਪ੍ਰਸਾਦ ਦੀ ਪ੍ਰਾਪਤੀ ਦੇ ਨੇੜੇ ਲੈ ਕੇ ਜਾਂਦੇ ਹਨ। ਜਦ ਅਸੀਂ ਇਹ ਸਤ ਕਾਰਜ ਅਤੇ ਧਾਰਮਿਕ ਕਰਮ ਅਤੇ ਕਾਰਜਾਂ ਦੇ ਰੂਪ ਵਿੱਚ ਇਕੱਠੇ ਕਰ ਲੈਂਦੇ ਹਾਂ ਤਦ ਸਾਨੂੰ ਨਾਮ ਦੇ ਗੁਰਪ੍ਰਸਾਦ ਦੀ ਬਖਸ਼ਿਸ਼ ਹੁੰਦੀ ਹੈ। ਅਸਲੀ ਬੰਦਗੀ ਮਾਇਆ ਦੇ ਵਿਰੋਧ ਵਿੱਚ ਪਹਿਲੇ ਅਸਤਰ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਨ ਨਾਲ ਸ਼ੁਰੂ ਹੁੰਦੀ ਹੈ। ਨਾਮ ਦਾ ਗੁਰਪ੍ਰਸਾਦ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਅਸੀਂ ਪਰਮਾਤਮਾ ਨੂੰ ਕਿਸ ਤਰ੍ਹਾਂ ਖੁਸ਼ ਕਰ ਸਕਦੇ ਹਾਂ ਕਿ ਉਹ ਸਾਨੂੰ ਆਪਣੇ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਦੁਆਰਾ ਨਾਮ ਦੇ ਗੁਰਪ੍ਰਸਾਦ ਦੀ ਬਖਸ਼ਿਸ਼ ਕਰੇ। ਇਹ ਪੂਰਨ ਸੱਚਾਈ ਹੈ ਕਿ ਸਾਨੂੰ ਇਹ ਮੰਨਣਾ ਪਵੇਗਾ ਕਿ ਆਪਣੇ ਪ੍ਰਾਲਬਧ ਨੂੰ ਬਣਾਉਣ ਦੇ ਅਸੀਂ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ। ਅਸੀਂ ਜੋ ਵੀ ਅੱਜ ਬੀਜਾਂਗੇ ਉਹ ਕਿਸੇ ਸਮੇਂ ਤੇ ਜ਼ਿੰਦਗੀ ਵਿੱਚ ਜਾਂ ਭਵਿੱਖੀ ਜਨਮਾਂ ਵਿੱਚ ਵੱਢਾਂਗੇ। ਜੋ ਵੀ ਅਸੀਂ ਪੂਰਵਲੇ ਜਨਮਾਂ ਵਿੱਚ ਬੀਜਿਆ ਹੈ ਉਹ ਅਸੀਂ ਅੱਜ ਵੱਢ ਰਹੇ ਹਾਂ। ਜੇਕਰ ਅਸੀਂ ਸਿਰਫ ਚੰਗੇ ਕਰਮ
ਸਚਿਆਰੇ ਕਰਮ, ਸਤੋ ਕਰਮ ਅਤੇ ਨਾਮ ਸਿਮਰਨ ਕਰਕੇ ਨਾਮ ਬੀਜਾਂਗੇ, ਤਦ ਇਹ ਪੱਕਾ ਹੈ ਕਿ ਸਾਡੇ ਪਿਛਲੇ ਸਾਰੇ ਮੰਦ ਕਰਮ ਖਤਮ ਹੋ ਜਾਣਗੇ ਅਤੇ ਅਸੀਂ ਗੁਰਪ੍ਰਸਾਦ ਪ੍ਰਾਪਤ ਕਰਨ ਦੇ ਯੋਗ ਹੋ ਜਾਵਾਂਗੇ। ਇਸ ਲਈ ਜਦ ਤੱਕ ਅਸੀਂ ਨਾਮ ਦੇ ਗੁਰਪ੍ਰਸਾਦ ਦੀ ਪ੍ਰਾਪਤੀ ਦੇ ਸਤਰ ਤੱਕ ਨਹੀਂ ਪਹੁੰਚ ਜਾਂਦੇ, ਸਾਨੂੰ ਚਾਹੀਦਾ ਹੈ ਕਿ ਸਤੋ ਕਰਮ ਇਕੱਠੇ ਕਰਨਾ ਜਾਰੀ ਰੱਖੀਏ, ਗੁਰਪ੍ਰਸਾਦ ਲਈ ਅਰਦਾਸ ਕਰਨੀ ਜਾਰੀ ਰੱਖੀਏ, ਸਾਡੇ ਰੋਜ਼ਾਨਾ ਦੇ ਕਰਮ ਕਾਜ ਨੂੰ ਜਿੰਨਾ ਸੱਚਾ ਹੋ ਸਕੇ ਸੱਚੇ ਕਰਨ ਤੇ ਧਿਆਨ ਕੇਂਦਰਿਤ ਰੱਖੀਏ, ਆਪਣੇ ਸਾਰੇ ਕਰਮ ਅਤੇ ਕਾਰਜ ਧਿਆਨ ਨਾਲ ਵੇਖੀਏ ਅਤੇ ਇਹ ਯਕੀਨੀ ਬਣਾ ਲਈਏ ਕਿ ਅਸੀਂ ਮਾਇਆ ਦੇ ਰਜੋ ਅਤੇ ਤਮੋ ਗੁਣਾਂ ਦੁਆਰਾ ਵਿਚਲਿਤ ਨਾ ਹੋਈਏ। ਆਪਣੇ ਆਪ ਨੂੰ ਹਮੇਸ਼ਾ ਅਰਦਾਸ ਵਿੱਚ ਰੁਝਾਈ ਰੱਖੀਏ, ਦਿਨ ਅਤੇ ਰਾਤ ਸਦਾ ਅਸਤ ਕਾਰਜਾਂ ਲਈ ਮੁਆਫੀ ਦੀ ਅਰਦਾਸ, ਜਿਹੜੇ ਰਜੋ ਅਤੇ ਤਮੋ ਮਾਇਆ ਦੇ ਗੁਣਾਂ ਦੇ ਪ੍ਰਭਾਵ ਹੇਠ ਦਿਨ ਵਿੱਚ ਕੀਤੇ ਗਏ ਹਨ। ਇਸ ਤਰੀਕੇ ਨਾਲ ਹੌਲੀ-ਹੌਲੀ ਪਰ ਯਕੀਨੀ ਤੌਰ ਤੇ ਸਾਡਾ ਵਿਵਹਾਰ ਸ਼ੁੱਧ ਹੋਣਾ ਸ਼ੁਰੂ ਹੋ ਜਾਵੇਗਾ, ਸਾਡੇ ਕਰਮ ਹੋਰ ਸੱਚੇ ਹੋਣੇ ਸ਼ੁਰੂ ਹੋ ਜਾਂਦੇ ਹਨ। ਪਰਮਾਤਮਾ ਸਾਡੇ ਵੱਲ ਦਿਆਲੂ ਸੁਭਾਅ ਨਾਲ ਦੇਖੇਗਾ, ਸਾਡੇ ਉੱਪਰ ਆਪਣੀ ਰਹਿਮਤ ਦਾ ਗੁਰਪ੍ਰਸਾਦ ਬਖਸ਼ ਦੇਵੇਗਾ। ਸਾਨੂੰ ਸਤਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਕਰਮ ਦੀ ਪ੍ਰਾਪਤੀ ਹੋਵੇਗੀ ਅਤੇ ਸਾਡੀ ਬੰਦਗੀ ਕਰਮ ਖੰਡ ਵਿੱਚ ਚਲੀ ਜਾਏਗੀ। ਇਸ ਤਰ੍ਹਾਂ ਸਾਡਾ ਦਰਗਾਹ ਵਿੱਚ ਨਾਮ ਦਾ ਖਾਤਾ ਖੁੱਲ ਜਾਏਗਾ। ਇੱਕ ਵਾਰ ਜਦੋਂ ਅਸੀਂ ਗੁਰਪ੍ਰਸਾਦ ਪ੍ਰਾਪਤ ਕਰ ਲੈਂਦੇ ਹਾਂ ਤਾਂ ਗੁਰ ਅਤੇ ਗੁਰੂ ਪ੍ਰਤੀ ਪੂਰਨ ਪ੍ਰਤਿਗਿਆ ਨਾਲ ਆਪਣਾ ਤਨ, ਮਨ, ਤਨ ਅਰਪਣ ਕਰਕੇ ਪੂਰਨ ਬੰਦਗੀ ਦੇ ਮਾਰਗ ਤੇ ਚੱਲਦੇ ਹੋਏ ਅਸੀਂ ਇਸ ਅਨਮੋਲਕ ਰਤਨ ਨਾਮ ਅੰਮ੍ਰਿਤ ਦੇ ਗੁਰਪ੍ਰਸਾਦ ਦੀ ਸੇਵਾ ਸੰਭਾਲਤਾ ਕਰਦੇ ਹੋਏ ਹਿਰਦੇ ਦੀ ਪੂਰਨ ਸਚਿਆਰੀ ਰਹਿਤ ਦੀ ਪ੍ਰਾਪਤੀ ਕਰ ਲੈਂਦੇ ਹਾਂ। ਗੁਰ ਅਤੇ ਗੁਰੂ ਦੇ ਸਤ ਚਰਨਾਂ ਤੇ ਪੂਰਨ ਸਮਰਪਣ ਮਾਇਆ ਦੇ ਖਿਲਾਫ ਲੜਾਈ ਲਈ ਦੂਜਾ ਅਸਤਰ ਹੈ। ਗੁਰ ਅਤੇ ਗੁਰੂ ਦੇ ਸਤ ਚਰਨਾਂ ਤੇ ਪੂਰਨ ਸਮਰਪਣ ਇੱਕ ਦਰਗਾਹੀ ਕਾਨੂੰਨ ਹੈ, ਇਹ ਇੱਕ ਦਰਗਾਹੀ ਹੁਕਮ ਹੈ। ਇਸ ਲਈ ਪੂਰਨ ਬੰਦਗੀ ਦੇ ਗੁਰਪ੍ਰਸਾਦ ਦੀ ਪ੍ਰਾਪਤੀ ਲਈ ਸਾਨੂੰ ਪੂਰੀ ਤਰ੍ਹਾਂ ਆਪਣੇ ਆਪ ਨੂੰ ਗੁਰ ਅਤੇ ਗੁਰੂ ਅੱਗੇ ਸਮਰਪਣ ਕਰ ਦੇਣ ਦੀ ਜ਼ਰੂਰਤ ਹੁੰਦੀ ਹੈ। ਤਦ ਅਸੀਂ ਰੂਹਾਨੀ ਪੌੜੀ ਦੇ ਉੱਪਰ ਅਤੇ ਉੱਪਰ ਚੱਲਣਾ ਜਾਰੀ ਰੱਖਦੇ ਹਾਂ। ਅਸੀਂ ਮਾਇਆ ਨੂੰ ਹਰਾ ਕੇ ਇਸ ਦੇ ਰਜੋ ਅਤੇ ਤਮੋ ਗੁਣਾਂ ਤੇ ਜਿੱਤ ਪ੍ਰਾਪਤ ਕਰਦੇ ਹਾਂ।